ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗ ਪਹਿਲੇ ਵਿੱਚ ਮੈਂ ਆਪ ਜੀ ਨੂੰ ਦੱਸਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਦੁਆਪੇ ਦਾ ਪਹਿਲਾ ਜਥੇਦਾਰ ਕਰਮ ਸਿੰਘ ਜੀ ਨੂੰ ਥਾਪਿਆ ਅਤੇ ਜਥੇਦਾਰ ਕਰਮ ਸਿੰਘ ਜੀ ਦੀ ਪ੍ਰੇਰਣਾ ਸਦਕਾ ਕਿਵੇਂ ਬਾਬਾ ਵਡਭਾਗ ਸਿੰਘ ਜੀ ਨੇ 11 ਸਾਲ ਦੀ ਉਮਰ ਵਿੱਚ ਭਾਈ ਮਣੀ ਸਿੰਘ ਜੀ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਧੀਰ ਮੱਲੀਆਂ ਦਾ ਪਰਿਵਾਰ ਕਿਵੇਂ ਦੁਆਰਾ ਪੰਥ ਨਾਲ ਜੁੜਿਆ ਅਤੇ ਕਿਵੇਂ 24 ਜੂਨ 1734 ਨੂੰ ਜ਼ਾਲਮਾਂ ਨੇ ਬੰਦ ਕੱਟ ਕੇ ਭਾਈ ਮਣੀ ਸਿੰਘ ਜੀ ਨੂੰ ਸ਼ਹੀਦ ਕੀਤਾ ਅਤੇ ਸਿੱਖਾਂ ਨੂੰ ਸ਼੍ਰੀ ਅੰਮ੍ਰਿਤਸਰ ਦੀਵਾਲੀ ਮਨਾਉਣ ਅਤੇ ਕਤਲ ਕਰਨ ਦੀ ਕਿਵੇਂ ਵਿਉਂਤ ਬਣਾਈ। ਹੁਣ ਸੂਚਨਾ ਲਿਆਉਣ ਵਾਲੇ ਸੂਈਏ ਨੂੰ ਮੁਖੀ ਸਿੰਘਾਂ ਨੇ ਬੜੀ ਉਤਸੁਕਤਾ ਨਾਲ ਪੁੱਛਿਆ ਅਤੇ ਉਹਨੇ ਦੱਸਿਆ ਕਿ ਜ਼ਕਰੀਆ ਖਾਨ ਖਿਜ ਗਿਆ ਸੀ ਅਤੇ ਜ਼ਕਰੀਆ ਖਾਨ ਨੇ ਕਾਜੀ ਦੇ ਪਾਸ ਮਾਮਲਾ ਭੇਜ ਦਿੱਤਾ। ਕਾਜੀ ਨੇ ਤੁਰੰਤ ਕੁਝ ਮਿੰਟਾਂ ਪਿੱਛੋਂ ਹੀ ਫਤਵਾ ਤਿਆਰ ਕਰ ਲਿਆ ਕਿ ਭਾਈ ਮਣੀ ਸਿੰਘ ਜੀ ਦੀ ਸਾਰੀ ਕਾਰਵਾਈ ਹਕੂਮਤ ਵਿਰੁੱਧ ਬਗਾਵਤ ਹੈ ਅਤੇ ਇਹ ਇਸਲਾਮ ਦੇ ਵਿਕਾਸ ਵਿੱਚ ਰੋੜਾ ਹੈ। ਇਹ ਲੋਕਾਂ ਨੂੰ ਮਜ਼ਹਬ ਬਦਲਣ ਤੋਂ ਰੋਕਦਾ ਹੈ, ਇਸ ਲਈ ਇਹਨੂੰ ਸਧਾਰਨ ਨਹੀਂ ਕਰੜੀ ਸਜ਼ਾ ਦੇਣੀ ਚਾਹੀਦੀ ਹੈ। ਅਜਿਹੇ ਦੋਸ਼ੀ ਦੇ ਸਰੀਰ ਦਾ ਹਰ ਇੱਕ ਜੋੜ ਕੱਟ ਕੇ ਇਹਨੂੰ ਦੁਖੀ ਕਰਕੇ ਕਤਲ ਕੀਤਾ ਜਾਵੇ। ਫਿਰ ਕੀ ਇਸੇ ਤਰ੍ਹਾਂ ਹੀ ਕੀਤਾ ਗਿਆ? ਬੜਾ ਦੁੱਖ ਅਨੁਭਵ ਕਰਦਿਆਂ ਜਥੇਦਾਰ ਫਤਿਹ ਸਿੰਘ ਜੀ ਨੇ ਅਗਲਾ ਪ੍ਰਸ਼ਨ ਕੀਤਾ। ਹੁਣ ਉਹਨਾਂ ਨੇ ਦੱਸਿਆ ਕਿ ਭਾਈ ਮਣੀ ਸਿੰਘ ਜੀ ਨੇ ਆਪਣੇ ਨੇਤਰ ਬੰਦ ਕਰ ਲਏ ਸਨ ਅਤੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ। ਫਿਰ ਜ਼ਾਲਮਾਂ ਨੇ ਭਾਈ ਮਣੀ ਸਿੰਘ ਜੀ ਦਾ ਹੱਥ ਫੜ ਕੇ ਇੱਕ ਉਂਗਲ ਕੱਟਣੀ ਸ਼ੁਰੂ ਕਰ ਦਿੱਤੀ, ਪਰ ਪਤਾ ਨਹੀਂ ਇਤਨਾ ਦਰਦ ਭਾਈ ਮਣੀ ਸਿੰਘ ਜੀ ਕਿਵੇਂ ਅੰਦਰੋਂ ਅੰਦਰੀ ਪੀ ਗਏ ਸਨ। ਪਾਠ ਵੀ ਜਾਰੀ ਸੀ ਅਤੇ ਉਹਨਾਂ ਦੇ ਚਿਹਰੇ ਤੇ ਪਹਿਲਾਂ ਵਰਗਾ ਹੀ ਜਲਾਲ ਸੀ। ਹੁਣ ਜਦੋਂ ਭਾਈ ਮਣੀ ਸਿੰਘ ਜੀ ਦੀਆਂ ਪੈਰਾਂ ਦੀਆਂ ਉਂਗਲਾਂ ਅਤੇ ਹੱਥਾਂ ਦੀਆਂ ਉਂਗਲਾਂ ਕੱਟ ਚੁੱਕੇ ਸਨ ਤਾਂ ਭਾਈ ਮਣੀ ਸਿੰਘ ਜੀ ਦੇ ਸਰੀਰ ਵਿੱਚੋਂ ਬਹੁਤ ਜ਼ਿਆਦਾ ਖੂਨ ਵਹਿ ਜਾਣ ਕਾਰਨ ਭਾਈ ਮਣੀ ਸਿੰਘ ਜੀ ਬੇਹੋਸ਼ ਹੋ ਕੇ ਡਿੱਗ ਪਏ ਸਨ, ਪਰ ਜ਼ਾਲਮਾਂ ਨੇ ਬੇਹੋਸ਼ ਪਏ ਸਰੀਰ ਦਾ ਵੀ ਬੰਦ ਕੱਟ ਦਿੱਤਾ। ਇੰਨੀ ਗੱਲ ਸੁਣਦਿਆਂ ਸਾਰ ਹੀ ਜਥੇਦਾਰ ਫਤਿਹ ਸਿੰਘ ਜੀ ਦੇ ਮੂੰਹੋਂ ਵਾਹਿਗੁਰੂ 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 ਨਿਕਲਿਆ। ਸਿੰਘਾਂ ਨੇ ਉਸੇ ਵੇਲੇ ਸ਼ਹੀਦਾਂ ਦੀ ਯਾਦ ਵਿੱਚ ਇਕੱਠੇ ਪਾਠ ਕੀਤਾ ਤੇ ਫਿਰ ਅਰਦਾਸ ਹੋਈ। ਇਤਨੇ ਵਿੱਚ ਹੋਰ ਵੀ ਜਥੇ ਅਤੇ ਜਥੇਦਾਰ ਉੱਥੇ ਪਹੁੰਚ ਗਏ ਸਨ। ਨਵਾਬ ਕਪੂਰ ਸਿੰਘ ਜੀ ਵੀ ਆ ਗਏ। ਭਾਈ ਮਣੀ ਸਿੰਘ ਜੀ ਦਾ ਭਤੀਜਾ ਅਗੜ ਸਿੰਘ ਵੀ ਮਾਲਵੇ ਤੋਂ ਭਾਈ ਮਣੀ ਸਿੰਘ ਜੀ ਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਜਥੇ ਸਮੇਤ ਚੱਲ ਪਿਆ। ਉਹ ਵੀ ਪੁੱਛਦਾ ਪਛਾਂਦਾ ਉੱਥੇ ਹੀ ਪਹੁੰਚ ਗਿਆ। ਉਹ ਤਾਂ ਭਾਈ ਮਣੀ ਸਿੰਘ ਜੀ ਨੂੰ ਛਡਾਉਣ ਦੀ ਕੋਈ ਵਿਉਂਤ ਬਣਾਉਣ ਵਾਸਤੇ ਆਇਆ ਸੀ, ਪਰ ਇੱਥੇ ਪਹੁੰਚ ਕੇ ਉਹਨਾਂ ਨੂੰ ਵੀ ਸ਼ਹੀਦੀ ਦੇ ਸਮਾਚਾਰ ਪਤਾ ਲੱਗ ਗਏ। ਉਹ ਤਾਂ ਬਹੁਤ ਹੀ ਗੁੱਸੇ ਤੇ ਜੋਸ਼ ਵਿੱਚ ਸੀ ਤੇ ਉਹਨੇ ਸਭ ਦੇ ਸਾਹਮਣੇ ਐਲਾਨ ਕੀਤਾ ਕਿ ਉਹ ਇਸ ਸ਼ਹੀਦੀ ਦਾ ਬਦਲਾ ਜ਼ਰੂਰ ਲਵੇਗਾ। ਜਦੋਂ ਤੱਕ ਅੰਮ੍ਰਿਤਸਰ ਦੇ ਹਾਕਮ ਅਬਦੁਲ ਰਜ਼ਾਕ ਨੂੰ ਸੋਧਾ ਨਹੀਂ ਲਾ ਦਿੰਦਾ, ਉਹ ਚੈਨ ਨਾਲ ਨਹੀਂ ਬੈਠੇਗਾ। ਇਹ ਕੰਮ ਤੁਸੀਂ ਇਕੱਲੇ ਨਹੀਂ ਕਰਨਾ, ਅਸੀਂ ਵੀ ਤੁਹਾਡੇ ਨਾਲ ਹੋਵਾਂਗੇ। ਸਾਰਾ ਖਾਲਸਾ ਪੰਥ ਹਕੂਮਤ ਦੀ ਇਸ ਚੁਣੌਤੀ ਦਾ ਟਾਕਰਾ ਕਰਨ ਲਈ ਤਿਆਰ ਹੈ, ਜਥੇਦਾਰ ਫਤਿਹ ਸਿੰਘ ਨੇ ਉੱਠ ਕੇ ਆਖਿਆ। ਜਦੋਂ ਇਹ ਸਮਾਚਾਰ ਦੇਸ਼ ਭਰ ਵਿੱਚ ਪਹੁੰਚਿਆ ਕਿ ਸਿੰਘਾਂ ਨੇ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਦਾ ਬਦਲਾ ਲੈ ਲਿਆ ਹੈ ਅਤੇ ਸ਼ਹੀਦ ਕਰਾਉਣ ਵਾਲੇ ਅਬਦੁਲ ਰਜ਼ਾਕ ਅਤੇ ਫਤਵਾ ਦੇਣ ਵਾਲੇ ਕਾਜੀ ਦੋਹਾਂ ਨੂੰ ਮਾਰ ਮੁਕਾਇਆ ਹੈ, ਤਾਂ ਹੋਰ ਵੀ ਚੜ੍ਹਦੀ ਕਲਾ ਹੋ ਗਈ। ਜਿੱਥੇ ਵੀ ਇਹ ਖਬਰ ਸੁਣਾਈ ਜਾਵੇ, ਸੁਣਨ ਵਾਲੇ ਜੈਕਾਰੇ ਛੱਡਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਨ ਲੱਗ ਪਏ। ਜਥੇਦਾਰ ਅਗੜ ਸਿੰਘ ਅਤੇ ਜਥੇਦਾਰ ਫਤਿਹ ਸਿੰਘ ਜੀ ਦੀ ਪ੍ਰਸ਼ੰਸਾ ਹੋਣ ਲੱਗ ਪਈ। ਇਹਨਾਂ ਸੂਰਮਿਆਂ ਨੇ ਮੁਗਲਾਈ ਫੌਜ ਨੂੰ ਹਾਰ ਦੇਣ ਪਿੱਛੋਂ ਪਹਿਲਾਂ ਆ ਕੇ ਅੰਮ੍ਰਿਤਸਰ ਦੁਆਲੇ ਫੌਜੀ ਪਹਿਰੇ ਨੂੰ ਖਤਮ ਕੀਤਾ। ਅਬਦੁਲ ਰਜ਼ਾਕ ਦੀ ਮੌਤ ਅਤੇ ਫੌਜ ਦੀ ਹਾਰ ਸੁਣ ਕੇ ਘੇਰਾ ਪਾਈ ਬੈਠੀ ਫੌਜੀ ਟੁਕੜੀ ਆਪ ਹੀ ਘੇਰਾ ਛੱਡ ਕੇ ਭੱਜ ਗਈ। ਉਤੋਂ ਮੂੰਹ ਹਨੇਰੇ ਸਿੰਘਾਂ ਦੇ ਜਕਾਰਿਆਂ ਨੇ ਉਹਨਾਂ ਦੇ ਹੌਸਲੇ ਹੋਰ ਵੀ ਰੱਦ ਕਰ ਦਿੱਤੇ। ਹੁਣ ਸਿੰਘਾਂ ਨੇ ਅੰਮ੍ਰਿਤਸਰ ਸਰੋਵਰ ਵਿੱਚ ਇਸ਼ਨਾਨ ਕੀਤੇ। ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਨਮਸਕਾਰ ਕਰਕੇ
ਭਾਈ ਮਣੀ ਸਿੰਘ ਜੀ ਦੀ ਸ਼ਹਾਦਤ ਤੇ ਅਰਦਾਸਾ ਕੀਤਾ ਅਤੇ ਲੜਾਈ ਵਿੱਚ ਪੰਥ ਦੀ ਜਿੱਤ ਤੇ ਸ਼ੁਕਰਾਨਾ ਕੀਤਾ। ਰਾਤ ਪੈਂਦੇ ਹੀ ਸਿੰਘਾਂ ਦੇ ਜਥੇ ਨਗਰ ਤੋਂ ਬਾਹਰ ਚਲੇ ਗਏ, ਕਿਉਂਕਿ ਸੂਚਨਾ ਆ ਗਈ ਸੀ ਕਿ ਲਾਹੌਰ ਤੋਂ ਜ਼ਕਰੀਆ ਖਾਨ ਸਾਰੀ ਫੌਜੀ ਤਾਕਤ ਨਾਲ ਇਧਰ ਆ ਰਿਹਾ ਹੈ। ਉਹਦੇ ਕੋਲ ਤੋਪਾਂ ਵੀ ਹਨ ਤੇ ਜੇਕਰ ਜਥੇ ਅੰਮ੍ਰਿਤਸਰ ਸ਼ਹਿਰ ਵਿੱਚ ਹੀ ਰਹੇ, ਉਹ ਤੋਪਾਂ ਦੀ ਗੋਲਾਬਾਰੀ ਨਾਲ ਸ਼ਹਿਰ ਤੇ ਦਰਬਾਰ ਸਾਹਿਬ ਦਾ ਚੋਖਾ ਨੁਕਸਾਨ ਕਰ ਦੇਵੇਗਾ। ਸੇਵਾ ਸੰਭਾਲ ਲਈ ਕੁਝ ਨੌਜਵਾਨ ਦਰਬਾਰ ਸਾਹਿਬ ਖੇਤਰ ਵਿੱਚ ਹੀ ਰਹਿ ਪਏ। ਸਾਧੂ ਸੰਤਾਂ ਦੀ ਇੱਕ ਟੁਕੜੀ ਪਹਿਲਾਂ ਵਾਂਗ ਹੀ ਇੱਥੇ ਪਾਠ ਪੂਜਾ ਦਾ ਕਾਰਜ ਕਰਨ ਲੱਗ ਪਈ। ਸਿੰਘਾਂ ਦੇ ਯੁੱਧ ਵਿੱਚ ਸ਼ਾਮਲ ਹੋਣ ਵਾਲੇ ਜਥੇ ਪਹਿਲਾਂ ਵਾਂਗ ਹੀ ਗੋਇੰਦਵਾਲ ਦੇ ਨੇੜੇ ਦਮਦਮ ਵਿੱਚ ਇਕੱਠੇ ਹੋ ਗਏ। ਦਰਿਆ ਦੇ ਨਾਲ ਨਾਲ ਇੱਕ ਤਾਂ ਜੰਗਲ ਸੀ ਤੇ ਦੂਜਾ ਪਾਣੀ ਦੀ ਹਰ ਤਰ੍ਹਾਂ ਦੀ ਲੋੜ ਪੂਰੀ ਹੋ ਸਕਦੀ ਸੀ। ਇਸ ਇਲਾਕੇ ਦੇ ਬਹੁਤੇ ਪਿੰਡ ਗੁਰੂ ਘਰ ਦੇ ਸ਼ਰਧਾਲੂ ਅਤੇ ਸਿੱਖ ਸਨ, ਇਸ ਲਈ ਜਥਿਆਂ ਨੂੰ ਰਸਤ ਪਾਣੀ ਅਤੇ ਹਰ ਤਰ੍ਹਾਂ ਦੀ ਮਦਦ ਇੱਥੋਂ ਮਿਲ ਸਕਦੀ ਸੀ। ਬਹੁਤ ਹੀ ਵੱਡਾ ਇਕੱਠ ਹੋ ਗਿਆ। ਪੰਥ ਦੇ ਸਾਰੇ ਮੁਖੀ ਆਗੂ ਇੱਥੇ ਪਹੁੰਚ ਚੁੱਕੇ ਸਨ। ਪੰਥ ਦੇ ਸਾਰੇ ਮੁਖੀ ਆਗੂ ਪਹੁੰਚ ਗਏ ਅਤੇ ਰਾਤ ਭਰ ਵਿਚਾਰਾਂ ਹੁੰਦੀਆਂ ਰਹੀਆਂ। ਜ਼ਕਰੀਆ ਖਾਨ ਦੇ ਅਗਲੇ ਹਮਲੇ ਦੇ ਟਾਕਰੇ ਲਈ ਤਿਆਰੀਆਂ ਵੀ ਕੀਤੀਆਂ ਜਾਣੀਆਂ ਜ਼ਰੂਰੀ ਸਨ। ਅਣਗਿਣਤ ਜਥੇ 2 ਦਿਨ ਤੱਕ ਇੱਥੇ ਪਹੁੰਚਦੇ ਰਹੇ। ਸਾਰਾ ਦਿਨ ਲੰਗਰ ਪੱਕਦਾ ਤੇ ਵੰਡਿਆ ਜਾਂਦਾ। ਅਗਲੇ ਦਿਨ ਬੜਾ ਭਾਰੀ ਇਕੱਠ ਹੋਇਆ, ਜਿਸ ਵਿੱਚ ਮੁਖੀਆਂ ਦੇ ਭਾਸ਼ਣ ਹੋਏ। ਸਭ ਨੇ ਇੱਕ ਜ਼ਬਾਨ ਹੋ ਕੇ ਕਿਹਾ ਕਿ ਪੰਥ ਦੇ ਜਰਨੈਲ ਨਵਾਬ ਕਪੂਰ ਸਿੰਘ ਹਨ, ਉਹ ਜੋ ਵੀ ਸੇਵਾ ਸੌਂਪਣਗੇ ਸਭ ਉਹਦੇ ਉੱਤੇ ਅਮਲ ਕਰਨਗੇ। ਹੁਣ ਫੈਸਲਾ ਕੀਤਾ ਗਿਆ ਕਿ ਸਾਰੀ ਗਿਣਤੀ ਦੇ ਯੋਧਿਆਂ ਨੂੰ 2 ਭਾਗਾਂ ਵਿੱਚ ਵੰਡਿਆ ਜਾਵੇ। ਜੋ 40 ਸਾਲ ਤੋਂ ਵੱਧ ਉਮਰ ਦੇ ਸਿੰਘ ਹਨ, ਉਹ ਆਪਣੇ ਨਾਮ ਬੁੱਢਾ ਦਲ ਵਿੱਚ ਲਿਖਵਾ ਦੇਣ ਤੇ ਦੂਜੇ 15 ਤੋਂ 40 ਸਾਲ ਤੱਕ ਦੇ ਸਿੰਘ ਹਨ, ਉਹ ਤਰਨਾ ਦਲ ਲਿਖਵਾ ਲੈਣ। 40 ਤੋਂ ਵੱਧ ਬੁੱਢਾ ਦਲ ਦਾ ਨਾਮ ਰੱਖਿਆ ਗਿਆ ਅਤੇ 15 ਤੋਂ 40 ਆਯੂ ਵਰਗ ਦਾ ਨਾਮ ਤਰਨਾ ਦਲ ਨਾਮ ਰੱਖ ਦਿੱਤਾ ਗਿਆ। ਬੁੱਢਾ ਦਲ ਦੀ ਜਥੇਦਾਰੀ ਨਵਾਬ ਕਪੂਰ ਸਿੰਘ ਜੀ ਨੂੰ ਸੌਂਪੀ ਗਈ। ਇਹਨਾਂ ਦੇ ਸਹਾਇਕ ਜਥੇਦਾਰ ਹਰੀ ਸਿੰਘ ਭੰਗੀ ਅਤੇ ਜਥੇਦਾਰ ਬਾਗ ਸਿੰਘ ਆਲੂਵਾਲੀਆ ਚੁਣੇ ਗਏ। ਜਦ ਗਿਣਤੀ ਕੀਤੀ ਗਈ ਤਾਂ ਤਰਨਾ ਦਲ ਵਿੱਚ ਕਈ ਹਜ਼ਾਰ ਨੌਜਵਾਨ ਹੋ ਗਏ। ਵੱਡੀ ਗਿਣਤੀ ਵਿੱਚ ਸਿੰਘਾਂ ਦਾ ਇੱਕ ਥਾਂ ਲੰਗਰ ਪੱਕਣਾ ਅਤੇ ਹੋਰ ਲੋੜਾਂ ਪੂਰੀਆਂ ਕਰਨੀਆਂ ਔਖੀਆਂ ਮਹਿਸੂਸ ਕਰਦਿਆਂ ਤਰਨਾ ਦਲ ਨੂੰ ਅੱਗੋਂ 5 ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਤਰਨਾ ਦਲ ਦੇ ਚੁਣੇ ਗਏ 5 ਜਥੇਦਾਰਾਂ ਵਿੱਚ ਫਤਿਹ ਸਿੰਘ, ਮੀਰੀ ਸਿੰਘ, ਕਾਨ ਸਿੰਘ, ਦਸੌਗਾ ਸਿੰਘ ਤੇ ਜਥੇਦਾਰ ਵੀਰ ਸਿੰਘ ਚੁਣੇ ਗਏ ਤੇ ਜਥਿਆਂ ਦੇ ਇਲਾਕੇ ਵੀ ਵੰਡ ਦਿੱਤੇ ਗਏ। ਮਾਲਵੇ ਲਈ ਜਥੇਦਾਰ ਮੀਰੀ ਸਿੰਘ ਚੁਣੇ ਗਏ। ਨਾਲ ਇਹ ਵੀ ਫੈਸਲਾ ਹੋ ਗਿਆ ਕਿ ਮਾਲਵੇ ਵਿੱਚ ਬੁੱਢਾ ਦਲ ਤੇ ਤਰਨਾ ਦਲ ਦੋਹਾਂ ਦੇ ਮੁਖੀ ਜਥੇਦਾਰ ਬਾਬਾ ਦੀਪ ਸਿੰਘ ਜੀ ਸਾਬੋ ਕੀ ਤਲਵੰਡੀ ਵਾਲੇ ਹੋਣਗੇ ਅਤੇ ਉਹਨਾਂ ਦੇ ਹਰ ਆਦੇਸ਼ ਤੇ ਹੀ ਸਿੰਘ ਕੁਰਬਾਨੀਆਂ ਦੇਣਗੇ। ਦੁਆਬੇ ਵਿੱਚ ਤਰਨਾ ਦਲ ਦੇ ਜਥੇਦਾਰ ਫਤਿਹ ਸਿੰਘ ਨਿਯੁਕਤ ਕੀਤੇ ਗਏ। ਬੁੱਢਾ ਦਲ ਨੂੰ ਗੁਰੂ ਅਸਥਾਨਾਂ ਦੀ ਸੇਵਾ ਤੇ ਸੇਵਾ ਸੰਭਾਲ ਦੀ ਰਾਖੀ ਦਾ ਕਾਰਜ ਬੁੱਢਾ ਦਲ ਨੂੰ ਹੀ ਸੌਂਪਿਆ ਗਿਆ। ਬੁੱਢਾ ਦਲ ਗੁਰੂ ਅਸਥਾਨਾਂ ਦੀ ਸੇਵਾ ਸੰਭਾਲ ਤੇ ਰਾਖੀ ਦਾ ਕਾਰਜ ਮੁੱਖ ਰੂਪ ਵਿੱਚ ਕਰਨਗੇ। ਤਰਨਾ ਦਲ ਹਕੂਮਤ ਦਾ ਯੁੱਧ ਖੇਤਰ ਵਿੱਚ ਟਾਕਰਾ ਕਰੇਗਾ ਤੇ ਹਰ ਸਮੇਂ ਲੋੜ ਵਾਲੇ ਖੇਤਰਾਂ ਵਿੱਚ ਵਿਚਰਦਾ ਰਹੇਗਾ। ਤਰਨਾ ਦਲ ਦੇ 4 ਜਥੇ ਮਾਝੇ ਵਿੱਚ ਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ ਅਤੇ ਸਿਆਲਕੋਟ ਵਿੱਚ ਸੇਵਾ ਨਿਭਾਉਣਗੇ। ਪਰ ਜਦੋਂ ਕੋਈ ਵੱਡੀ ਮੁਹਿੰਮ ਸ਼ੁਰੂ ਹੋਈ ਤਾਂ ਸਾਰੇ ਜਥੇ ਤੇ ਦੋਵੇਂ ਦਲ ਨਵਾਬ ਕਪੂਰ ਸਿੰਘ ਜੀ ਦੀ ਜਥੇਦਾਰੀ ਹੇਠ ਹਰ ਕਾਰਵਾਈ ਕਰਨਗੇ। ਨਵਾਬ ਕਪੂਰ ਸਿੰਘ ਜੀ ਨੇ ਬੜੇ ਭਾਵਪੂਰਵਕ ਤਰੀਕੇ ਨਾਲ ਉਹਨਾਂ ਭਾਈ ਮਣੀ ਸਿੰਘ ਜੀ ਦੀ ਪੰਥਕ ਸੇਵਾ ਦਾ ਪਹਿਲਾਂ ਵਰਣਨ ਕੀਤਾ। ਫਿਰ ਜਥੇਦਾਰ ਅਗੜ ਸਿੰਘ ਤੇ ਜਥੇਦਾਰ ਫਤਿਹ ਸਿੰਘ ਜੀ ਦੀ ਉਚੇਚੇ ਤੌਰ ਤੇ ਪ੍ਰਸ਼ੰਸਾ ਕੀਤੀ ਅਤੇ ਪੰਥ ਵੱਲੋਂ ਇਹਨਾਂ ਨੂੰ ਸਿਰੋਂ ਪਾਉ ਦੀ ਬਖਸ਼ਿਸ਼ ਕੀਤੀ। ਫਿਰ ਬੁੱਢਾ ਦਲ ਤੇ ਤਰਨਾ ਦਲ ਵਿੱਚ ਸ਼ਾਮਲ ਸਭ ਨੂੰ ਸਮਝਾਇਆ ਕਿ ਅਜੇ ਹੋਰ ਮੁਸ਼ਕਲ ਸਮਾਂ ਆਉਣ ਵਾਲਾ ਹੈ, ਇਸ ਲਈ ਤੁਸੀਂ ਆਪਣੇ ਪਿੰਡਾਂ ਵੱਲ ਘੱਟ ਹੀ ਜਾਣਾ ਹੈ।
ਜਿਨ੍ਹਾਂ ਪਰਿਵਾਰਾਂ ਨੂੰ ਖਤਰਾ ਹੈ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜ ਦਿਓ। ਸਾਨੂੰ ਦੱਸੋ, ਅਸੀਂ ਉਹਨਾਂ ਦਾ ਪ੍ਰਬੰਧ ਕਰਾਂਗੇ। ਆਪਣੇ ਆਪਣੇ ਖੇਤਰਾਂ ਵਿੱਚ ਲੋਕਾਂ ਨਾਲ ਅਜਿਹਾ ਸੰਪਰਕ ਬਣਾਓ ਕਿ ਉਹ ਤੁਹਾਡੀ ਹਰ ਸਮੇਂ ਮਦਦ ਕਰਨ, ਤੁਹਾਨੂੰ ਆਪਣੇ ਹਮਦਰਦ ਅਨੁਭਵ ਕਰਨ। ਆਪ ਨਾਮ ਬਾਣੀ ਨਾਲ ਜੁੜੋ ਅਤੇ ਦੂਸਰਿਆਂ ਨੂੰ ਵੀ ਨਾਮ ਬਾਣੀ ਦੇ ਨਾਲ ਜੋੜਨਾ ਹੈ। ਆਪ ਉੱਚੇ ਆਚਰਣ ਵਾਲੇ ਬਣ ਕੇ ਰਹੋਗੇ ਤਾਂ ਲੋਕ ਤੁਹਾਨੂੰ ਦੇਵਤੇ ਸਮਝਣਗੇ। ਜੇ ਤੁਸੀਂ ਹਕੂਮਤ ਦੇ ਕਾਬਜ ਲੋਕਾਂ ਵਰਗੇ ਹੋ ਗਏ ਤਾਂ ਲੋਕ ਤੁਹਾਨੂੰ ਵੀ ਰਾਕਸ਼ ਕਹਿਣਗੇ। ਸਿੱਖੀ ਦੀ ਖੁਸ਼ਬੂ ਫੈਲਾਓ, ਫਿਰ ਤੁਹਾਨੂੰ ਖਤਮ ਕਰਨ ਦੇ ਚਾਹਵਾਨ ਆਪ ਹੀ ਮੁੱਕ ਜਾਣਗੇ ਔਰ ਤੁਸੀਂ ਦੂਰ ਸਵਾਏ ਹੁੰਦੇ ਜਾਓਗੇ। ਇਸੇ ਇਕੱਠ ਵਿੱਚ ਨਵਾਬ ਕਪੂਰ ਸਿੰਘ ਜੀ ਨੇ ਨੌਜਵਾਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਜਾਣ ਪਛਾਣ ਕਰਾਈ, ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਦਿੱਲੀ ਤੋਂ ਮਾਤਾ ਸੁੰਦਰੀ ਜੀ ਨੇ ਭੇਜਿਆ ਸੀ। ਇਹ ਨੌਜਵਾਨ 5 ਸਾਲ ਦਾ ਸੀ ਜਦੋਂ ਇਹਦੇ ਮਾਪੇ ਮਾਤਾ ਸੁੰਦਰੀ ਜੀ ਪਾਸ ਇਹਨੂੰ ਦਿੱਲੀ ਲੈ ਗਏ ਸਨ ਤੇ ਮਾਤਾ ਸੁੰਦਰੀ ਜੀ ਨੇ ਇਹਨੂੰ ਆਪਣੇ ਪਾਸ ਰੱਖ ਲਿਆ, ਇਹਨੂੰ ਆਪਣਾ ਪੁੱਤਰ ਸਮਝ ਕੇ ਪਾਲਿਆ। ਤੇ ਜਦੋਂ ਜਵਾਨ ਹੋ ਗਿਆ ਤਾਂ ਮਾਤਾ ਜੀ ਨੇ ਪੰਥਕ ਸੰਘਰਸ਼ ਵਿੱਚ ਸੇਵਾ ਲਈ ਇਹਨੂੰ ਨਵਾਬ ਕਪੂਰ ਸਿੰਘ ਜੀ ਪਾਸ ਭੇਜ ਦਿੱਤਾ। ਨਵਾਬ ਕਪੂਰ ਸਿੰਘ ਜੀ ਨੇ ਜੱਸਾ ਸਿੰਘ ਨੂੰ ਯੁੱਧ ਨੀਤੀ ਦਾ ਗਿਆਨ ਦਿੱਤਾ। ਉਹਨਾਂ ਨੇ ਜੱਸਾ ਸਿੰਘ ਦੇ ਗੁਣਾਂ ਦਾ ਅਨੁਮਾਨ ਲਾ ਲਿਆ ਤੇ ਥੋੜੇ ਸਮੇਂ ਵਿੱਚ ਆਪਣਾ ਅਤੀ ਭਰੋਸੇਮੰਦ ਯੋਗ ਸਾਥੀ ਸਮਝ ਕੇ ਵੱਡੀ ਜ਼ਿੰਮੇਵਾਰੀ ਲਈ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਬੁੱਢਾ ਦਲ ਤੇ ਤਰਨਾ ਦਲ ਬਣ ਗਏ ਤਾਂ ਸਰਦਾਰ ਜੱਸਾ ਸਿੰਘ ਨੂੰ ਉਹਨਾਂ ਜਥਿਆਂ ਦੇ ਦਲਾਂ ਦਾ ਪੂਰਾ ਵੇਰਵਾ ਤਿਆਰ ਕਰਨ ਤੇ ਲਾ ਦਿੱਤਾ ਗਿਆ। ਸਰਦਾਰ ਜੱਸਾ ਸਿੰਘ ਨੇ ਥੋੜੇ ਸਮੇਂ ਵਿੱਚ ਹੀ ਦਿਨ ਰਾਤ ਮਿਹਨਤ ਕਰਕੇ ਦੋਹਾਂ ਦਲਾਂ ਦੀ ਵੱਖੋ ਵੱਖਰੀ ਮਿਸਲ ਤਿਆਰ ਕਰ ਦਿੱਤੀ। ਜਦੋਂ ਜਥੇਦਾਰ ਫਤਿਹ ਸਿੰਘ ਵਾਪਸ ਦੁਆਬੇ ਲਈ ਤੁਰਨ ਲੱਗੇ ਤਾਂ ਨਵਾਬ ਕਪੂਰ ਸਿੰਘ ਜੀ ਨੇ ਵੱਖਰੇ ਬੁਲਾ ਕੇ ਸਮਝਾਇਆ ਕਿ ਦੁਆਬੇ ਦੇ ਸਿੰਘਾਂ ਨੇ ਪੰਥ ਦੀ ਬੜੀ ਸੇਵਾ ਕਰਨੀ ਹੈ। ਇਹ ਇਨਕਲਾਬੀਆਂ ਦੀ ਧਰਤੀ ਹੈ। ਤੁਸੀਂ ਮਾਝੇ ਅਤੇ ਮਾਲਵੇ ਵਿਚਕਾਰ ਪੁਲ ਬਣਨਾ ਹੈ। ਦੁਆਬੇ ਨਾਲ ਲੱਗਦਾ ਜੋ ਪਹਾੜੀ ਖੇਤਰ ਹੈ ਆਉਣ ਵਾਲੇ ਸਮੇਂ ਵਿੱਚ ਸਾਡੇ ਬਹੁਤ ਕੰਮ ਆਵੇਗਾ ਔਰ ਤੁਸੀਂ ਉਧਰ ਵੀ ਨਜ਼ਰ ਰੱਖਣੀ ਹੈ। ਕਿਸੇ ਸਮੇਂ ਵੀ ਸਿੰਘਾਂ ਨੂੰ ਉਧਰ ਟਿਕਾਣਾ ਬਣਾਉਣਾ ਪੈ ਸਕਦਾ ਹੈ। ਕੁਝ ਪਹਾੜੀ ਰਾਜੇ ਸਾਡੇ ਹਮਦਰਦ ਤੇ ਸ਼ੁਭ ਚਿੰਤਕ ਵੀ ਹਨ। ਹਨ ਦੇ ਰਾਜ ਘਰਾਣੇ ਨੇ ਗੁਰੂ ਕਲਗੀਧਰ ਪਾਤਸ਼ਾਹ ਨਾਲ ਆਪਣੇ ਪ੍ਰੇਮ ਦੇ ਪ੍ਰਗਟਾਵੇ ਕਾਰਨ ਕਿਤਨੇ ਕਸ਼ਟ ਸਹੇ ਹਨ। ਫਿਰ ਬੰਦਾ ਸਿੰਘ ਬਹਾਦਰ ਤੇ ਇਸ ਖੇਤਰ ਵਿੱਚ ਵਿਚਰਨ ਸਮੇਂ ਚੰਬੇ ਦੇ ਰਾਜੇ ਨੇ ਕਿਤਨੀ ਸਾਂਝ ਨਿਭਾਈ ਹੈ। ਡੀ ਵੀ ਕਈ ਰਾਜੇ ਗੁਪਤ ਮਦਦ ਕਰ ਸਕਦੇ ਹਨ। ਜੇ ਤੁਸੀਂ ਠੀਕ ਸਮਝਦੇ ਹੋ ਤਾਂ ਮੈਂ ਕਰਤਾਰਪੁਰ ਦੀ ਥਾਂ ਸ਼੍ਰੀ ਅਨੰਦਪੁਰ ਸਾਹਿਬ ਆਪਣਾ ਮੁੱਖ ਕੇਂਦਰ ਬਣਾ ਲੈਂਦਾ ਹਾਂ। ਜਥੇਦਾਰ ਫਤਿਹ ਸਿੰਘ ਨੇ ਸਲਾਹ ਪੁੱਛੀ। ਨਵਾਬ ਕਪੂਰ ਸਿੰਘ ਜੀ ਨੇ ਰਾਏ ਦਿੱਤੀ, ਤੁਸੀਂ ਇੱਕ ਥਾਂ ਟਿਕ ਕੇ ਬੈਠ ਨਹੀਂ ਸਕੋਗੇ। ਚੰਗਾ ਹੋਵੇ ਜੇਕਰ ਤੁਸੀਂ ਬਾਬਾ ਵਡਭਾਗ ਸਿੰਘ ਵਰਗੇ ਕਿਸੇ ਨੂੰ ਆਨੰਦਪੁਰ ਸਾਹਿਬ ਟਿਕਾਓ। ਉਹ ਚੰਗੇ ਜੀਵਨ ਵਾਲਾ ਸਿੰਘ ਹੈ ਤੇ ਉਂਝ ਵੀ ਸਮਝਦਾਰ ਹੈ। ਉਹ ਪਹਾੜਾਂ ਵਿੱਚ ਖਾਲਸੇ ਦੀ ਚੰਗੀ ਸ਼ਾਖ ਬਣਾ ਲਵੇਗਾ। ਜਦ ਵੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਲੋੜ ਪਈ ਤਾਂ ਮੈਨੂੰ ਜ਼ਰੂਰ ਯਾਦ ਕਰਨਾ। ਇਹ ਬੇਨਤੀ ਕਰਕੇ ਜਥੇਦਾਰ ਫਤਿਹ ਸਿੰਘ ਫਤਿਹ ਬੁਲਾ ਕੇ ਸਾਥੀਆਂ ਸਮੇਤ ਚਲਾ ਗਿਆ। ਹੁਣ ਜ਼ਕਰੀਆ ਖਾਨ ਨੇ ਅਬਦੁਲ ਰਜ਼ਾਕ ਦੀ ਮੌਤ ਪਿੱਛੋਂ ਫੈਸਲਾ ਕਰ ਲਿਆ ਕਿ ਉਹ ਸਿੱਖਾਂ ਦਾ ਸਫਾਇਆ ਕਰਕੇ ਹੀ ਹਟੇਗਾ। ਇਸ ਲਈ ਉਹਨੇ ਆਪਣੀ ਸੈਨਾ ਵੱਖ-ਵੱਖ ਪਾਸੇ ਭੇਜ ਦਿੱਤੀ ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੁਆਲੇ ਮੁੜ ਚੌਂਕੀਆਂ ਬਿਠਾ ਦਿੱਤੀਆਂ। ਮਾਝੇ ਦੇ ਸਾਰੇ ਚੌਧਰੀਆਂ ਨੂੰ ਮੁੜ ਤਾੜਨਾ ਕੀਤੀ ਕਿ ਉਹ ਸਿੱਖਾਂ ਵਿਰੁੱਧ ਸਖਤੀ ਵਧਾ ਦੇਣ। ਬਾਗੀ ਸਿੱਖ ਨੌਜਵਾਨਾਂ ਦੇ ਘਰ ਘਾਟ ਲੁੱਟ ਲਏ ਜਾਣ, ਮਕਾਨ ਸਾੜ ਦਿੱਤੇ ਜਾਣ ਤੇ ਪਰਿਵਾਰ ਕੈਦੀ ਬਣਾ ਕੇ ਲਾਹੌਰ ਭੇਜ ਦਿੱਤੇ ਜਾਣ। ਔਰ ਹਾਂ, ਜਿਹੜੇ ਪਰਿਵਾਰ ਆਪਣੇ ਮੁੰਡਿਆਂ ਨੂੰ ਹਕੂਮਤ ਹਵਾਲੇ ਕਰਨਾ ਮੰਨ ਜਾਣ ਉਹਨਾਂ ਨੂੰ ਮਾਫੀ ਦੇ ਦਿੱਤੀ ਜਾਏ। ਯਤਨ ਕੀਤਾ ਜਾਏ ਕਿ ਉਹ ਪਰਿਵਾਰ ਇਸਲਾਮ ਕਬੂਲ ਕਰ ਲੈਣ ਅਤੇ ਆਪਣਾ ਮਜ਼ਹਬ ਬਦਲ ਲੈਣ। ਦਰਿਆ ਰਾਵੀ ਤੇ ਬਿਆਸ ਵਿਚਕਾਰਲੇ ਇਲਾਕੇ ਵਿੱਚ ਜ਼ੁਲਮ ਦਾ ਝੱਖੜ ਝੁੱਲ ਪਿਆ। ਸਿੱਖਾਂ ਦੇ ਮਾਸੂਮ ਬੱਚੇ ਅਤੇ ਔਰਤਾਂ ਦਾ ਵੀ ਕਤਲ ਕੀਤਾ ਗਿਆ। ਇਕੱਲੇ ਦੁਕੱਲੇ ਸਿੱਖਾਂ ਦਾ ਤੁਰਨਾ ਫਿਰਨਾ ਬੰਦ ਹੋ ਗਿਆ ਔਰ ਸਿੱਖਾਂ ਦਾ ਉੱਥੇ ਰਹਿਣਾ ਬਹੁਤ ਹੀ ਕਠਿਨ ਹੋ ਗਿਆ। ਦਿੱਲੀ ਤੋਂ ਮੁਗਲਿਆ ਹਕੂਮਤ ਤੇ ਖਾਸ ਕਰਕੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੇ ਜ਼ਕਰੀਆ ਖਾਨ ਤੋਂ
ਪੁੱਛਿਆ ਕਿ ਕਿਉਂ ਅਬਦੁਲ ਰਜ਼ਾਕ ਇਤਨੀ ਘੱਟ ਫੌਜੀ ਸ਼ਕਤੀ ਨਾਲ ਜਾ ਰਿਹਾ ਸੀ, ਕਿਉਂ ਜੰਗ ਦੇ ਮੈਦਾਨ ਵਿੱਚ ਸਿੱਖਾਂ ਦਾ ਮੁਕਾਬਲਾ ਨਹੀਂ ਕਰ ਸਕਿਆ। ਜ਼ਕਰੀਆ ਖਾਨ ਨੇ ਇਸ ਦੇ ਉੱਤਰ ਵਿੱਚ ਉਹਨਾਂ ਨੂੰ ਲਿਖ ਕੇ ਭੇਜਿਆ ਕਿ ਉਹਨੇ ਮਾਝੇ ਵਿੱਚੋਂ ਚੁਣ ਕੇ ਸਿੱਖਾਂ ਨੂੰ ਖਤਮ ਕਰਨ ਦਾ ਯਤਨ ਕਰਨਾ ਹੈ, ਔਰ ਉਹਨੇ ਸ਼ਿਕਾਇਤ ਕੀਤੀ ਕਿ ਉਹਦੀ ਸਿੱਖਾਂ ਵਿਰੁੱਧ ਮਹਿਮ ਵਿੱਚ ਦੁਆਬੇ ਤੇ ਖਾਸ ਕਰਕੇ ਜਲੰਧਰ ਦਾ ਫੌਜਦਾਰ ਸਹਿਯੋਗ ਨਹੀਂ ਦੇ ਰਿਹਾ। ਉਹਨੇ ਇਹ ਵੀ ਆਗਿਆ ਮੰਗੀ ਕਿ ਉਹ ਦੁਆਬੇ ਵਿੱਚ ਨਵੇਂ ਚੌਧਰੀ ਤੇ ਫੌਜਦਾਰ ਨਿਯੁਕਤ ਕਰਨਗੇ। ਦੁਆਬੇ ਦੇ ਸਿੰਘਾਂ ਦਾ ਅਗਲਾ ਇਕੱਠ ਬਿਲਗੇ ਵਿੱਚ ਹੋਇਆ। ਉੱਥੇ ਜਥੇਦਾਰ ਫਤਿਹ ਸਿੰਘ ਨੇ ਖਾਲਸੇ ਦੀ ਫੌਜ ਦੇ ਨਵੇਂ ਸੰਗਠਨ ਬੁੱਢਾ ਦਲ ਤੇ ਤਰਨਾ ਦਲ ਬਾਰੇ ਵਿਸਥਾਰ ਨਾਲ ਦੱਸਿਆ। ਫਿਰ ਸਾਰੀ ਸਥਿਤੀ ਦਾ ਵੇਰਵਾ ਦੇ ਕੇ ਹੀ ਇਹ ਵੀ ਦੱਸਿਆ ਕਿ ਕੁਰਬਾਨੀਆਂ ਦਾ ਨਵਾਂ ਦੌਰ ਸ਼ੁਰੂ ਹੋਣ ਵਾਲਾ ਹੈ। ਹਕੂਮਤ ਮਾਝੇ ਵਿੱਚ ਤਾਂ ਸਿੰਘਾਂ ਦਾ ਪਿੰਡਾਂ ਵਿੱਚ ਰਹਿਣਾ ਬੜਾ ਔਖਾ ਬਣਾ ਰਹੀ ਹੈ। ਇਸ ਵਿੱਚੋਂ ਦੁਆਬੇ ਵਿੱਚ ਸਥਿਤੀ ਸ਼ੁਰੂ ਹੋਣ ਵਾਲੀ ਹੈ। ਇਸ ਲਈ ਸਾਨੂੰ ਹੁਣ ਘਰਾਂ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ, ਔਰ ਹਾਂ, ਜਥਿਆਂ ਵਿੱਚ ਸ਼ਾਮਲ ਸਿੰਘਾਂ ਨੂੰ ਤਾਂ ਚੱਕਰਵਰਤੀ ਜੀਵਨ ਹੀ ਗੁਜ਼ਾਰਨਾ ਪਵੇਗਾ। ਆਪਣੇ ਆਪਣੇ ਪਰਿਵਾਰਾਂ ਦੀ ਛੇਤੀ ਸੰਭਾਲ ਕਰਕੇ ਜਥਿਆਂ ਵਿੱਚ ਆ ਜਾਣਾ ਚਾਹੀਦਾ ਹੈ, ਔਰ ਜਿਨ੍ਹਾਂ ਦੇ ਘਰ ਪਰਿਵਾਰ ਨੂੰ ਪਿੱਛੇ ਸੰਭਾਲਣ ਵਾਲਾ ਕੋਈ ਨਹੀਂ ਹੈ, ਉਹ ਆਪਣੇ ਨਾਮ ਬਾਬਾ ਵਡਭਾਗ ਸਿੰਘ ਜੀ ਦੇ ਪਾਸ ਲਿਖਵਾ ਦੇਣ। ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਜਾਣ ਤੇ ਉਹਨਾਂ ਦੀ ਸੇਵਾ ਸੰਭਾਲ ਦਾ ਕੰਮ ਪੰਥਕ ਜਥੇਬੰਦੀ ਤੇ ਸਾਡੇ ਸਹਿਯੋਗੀ ਕਰਨਗੇ। ਇਹਦਾ ਵਿਸਤਾਰ ਇੱਥੇ ਦੱਸਣਾ ਠੀਕ ਨਹੀਂ। ਜਾਤੀ ਤੌਰ ਤੇ ਜੋ ਪੁੱਛਣਾ ਚਾਹੇ ਉਹ ਪੁੱਛ ਸਕਦਾ ਹੈ। ਬਾਬਾ ਵਡਭਾਗ ਸਿੰਘ ਜੀ ਨੇ ਇਸੇ ਇਕੱਠ ਵਿੱਚ ਦੋ ਅਫਸੋਸਨਾਕ ਘਟਨਾਵਾਂ ਦਾ ਵੇਰਵਾ ਜਥੇਦਾਰਾਂ ਨੂੰ ਦੱਸਿਆ। ਇੱਕ ਤਾਂ ਲਾਹੌਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਸਿਆਲਕੋਟ ਤੋਂ ਫੜ ਕੇ ਲਿਆਂਦੇ ਹਕੀਕਤ ਰਾਏ ਦੀ ਸ਼ਹੀਦੀ ਦਾ ਸਮਾਚਾਰ ਸੀ। ਹਕੀਕਤ ਰਾਏ ਸਹਿਜਧਾਰੀ ਸਿੱਖ ਪਰਿਵਾਰ ਵਿੱਚੋਂ ਸੀ। ਇਸ ਦਾ ਮੌਲਵੀ ਨਾਲ ਧਰਮ ਤੇ ਸਵਾਲ ਤੇ ਵਾਦ ਵਿਵਾਦ ਛਿੜ ਪਿਆ ਸੀ ਤੇ ਆਪਣੇ ਧਰਮ ਦੀ ਵਿਰੋਧਤਾ ਹੁੰਦੀ ਬਰਦਾਸ਼ਤ ਨਾ ਕਰਕੇ ਉਹ ਬਾਲਕ ਨੇ ਰੋਸ ਪ੍ਰਗਟ ਕੀਤਾ। ਉਹਦੇ ਵਿਰੁੱਧ ਇਸਲਾਮ ਦੀ ਤੋਹੀਨ ਦਾ ਇਲਜ਼ਾਮ ਲਾ ਕੇ ਗ੍ਰਿਫਤਾਰ ਕਰ ਲਿਆ ਗਿਆ ਤੇ ਇਲਾਕੇ ਦੇ ਅਨੇਕਾਂ ਮੁਖੀਆਂ ਤੇ ਪਤਵੰਤਿਆਂ ਦੇ ਯਤਨਾਂ ਦੇ ਬਾਵਜੂਦ ਉਹਨੂੰ ਨਾ ਛੱਡਿਆ ਗਿਆ ਤੇ ਲਾਹੌਰ ਲਿਜਾ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ। ਜਥੇਦਾਰ ਫਤਿਹ ਸਿੰਘ ਜੀ ਨੇ ਆਖਿਆ ਕਿ ਹਾਕਮ ਵਰਗ ਕਿਤਨਾ ਹੀ ਜ਼ਾਲਮ ਹੈ। ਸਾਨੂੰ ਮਾਰ ਮੁਕਾਉਣ ਵਾਲੇ ਕਈ ਹਾਕਮ ਮਰ ਗਏ ਹਨ, ਪਰ ਖਾਲਸਾ ਪੰਥ ਹਮੇਸ਼ਾ ਚੜ੍ਹਦੀ ਕਲਾ ਵਿੱਚ ਹੈ। ਸੈਂਕੜਿਆਂ ਦੀ ਥਾਂ ਤੇ ਹਜ਼ਾਰਾਂ ਦੀ ਗਿਣਤੀ ਹੋ ਗਈ ਹੈ। ਹੁਣ ਬਿਲਗੇ ਤੋਂ ਮੁੜ ਕੇ ਕਰਤਾਰਪੁਰ ਪਹੁੰਚਦਿਆਂ ਜਥੇਦਾਰ ਫਤਿਹ ਸਿੰਘ ਨੇ ਪਰਿਵਾਰ ਵਿੱਚ ਬੈਠ ਕੇ ਗੱਲਬਾਤ ਕੀਤੀ ਤੇ ਦੱਸਿਆ ਕਿ ਸਮਾਂ ਆ ਗਿਆ ਹੈ ਜਦੋਂ ਮੁੜ ਕੇ ਸਾਨੂੰ ਚੱਕਰਵਰਤੀ ਜੀਵਨ ਗੁਜ਼ਾਰਨਾ ਪਵੇਗਾ। ਇਸ ਲਈ ਮੈਂ ਬਹੁਤਾ ਸਮਾਂ ਘਰੋਂ ਬਾਹਰ ਹੀ ਰਵਾਂਗਾ। ਅਸੀਂ ਬਿਲਗਾ ਦੇ ਇਕੱਠ ਵਿੱਚ ਇਹੀ ਫੈਸਲਾ ਕਰਕੇ ਆਏ ਹਾਂ ਕਿ ਜਿਹੜੇ ਪਰਿਵਾਰ ਇਕੱਲੇ ਰਹਿਣਾ ਮੁਸ਼ਕਲ ਹੈ, ਜਿਨ੍ਹਾਂ ਪਾਸ ਕੋਈ ਵਸੀਲਾ ਨਹੀਂ, ਉਹਨਾਂ ਨੂੰ ਪਹਿਲਾਂ ਵਾਂਗ ਹੀ ਆਨੰਦਪੁਰ ਸਾਹਿਬ ਤੇ ਕੀਰਤਪੁਰ ਵਿੱਚ ਇਕੱਠੇ ਕੀਤਾ ਜਾਵੇਗਾ। ਬਾਬਾ ਵਡਭਾਗ ਸਿੰਘ ਜੀ ਨੇ ਉਹਨਾਂ ਪਰਿਵਾਰਾਂ ਦੀ ਸੇਵਾ ਸੰਭਾਲ ਦਾ ਕੰਮ ਆਪਣੇ ਜ਼ਿੰਮੇ ਲੈ ਲਿਆ। ਜਥੇਦਾਰ ਫਤਿਹ ਸਿੰਘ ਜੀ ਦੀ ਮਾਤਾ ਜੀ ਨੇ ਆਖਿਆ, ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਹੁਣ ਇਹੀ ਕੁਝ ਹੋਵੇਗਾ। ਤੁਹਾਡੇ ਬਾਪੂ ਵੇਲੇ ਵੀ ਅਸੀਂ ਕਈ ਵਾਰ ਕਰਤਾਰਪੁਰ ਛੱਡਿਆ ਤੇ ਕਈ ਵਾਰ ਮੁੜ ਕੇ ਕਰਤਾਰਪੁਰ ਆਏ, ਪਰ ਪਤਾ ਨਹੀਂ ਕਿਉਂ ਇੱਥੋਂ ਦੇ ਲੋਕਾਂ ਦਾ ਪਿਆਰ ਮੁੜ ਕੇ ਫਿਰ ਸਾਨੂੰ ਵਾਪਸ ਖਿੱਚ ਲਿਆਉਂਦਾ ਹੈ। ਸਾਡਾ ਕਰਤਾਰਪੁਰ ਛੱਡ ਜਾਣਾ ਵੀ ਠੀਕ ਨਹੀਂ ਲੱਗੇਗਾ। ਫਤਿਹ ਸਿੰਘ ਨੇ ਕਿਹਾ, ਲੋਕੀ ਇਹ ਨਾ ਆਖਣ ਕਿ ਅਸੀਂ ਡਰਦੇ ਮਾਰੇ ਭੱਜ ਗਏ ਹਾਂ। ਨਹੀਂ, ਅਸੀਂ ਜਾਣ ਤੋਂ ਪਹਿਲਾਂ ਮਾਹੌਲ ਬਣਾਵਾਂਗੇ। ਮਾਤਾ ਜੀ ਨੇ ਆਖਿਆ, ਸਾਰਿਆਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਅਬਦੁਲ ਰਜ਼ਾਕ ਨੂੰ ਹਰਾਇਆ ਤੇ ਮਾਰਿਆ, ਇਸ ਲਈ ਹਕੂਮਤ ਦੀ ਕਰੋਪੀ ਦਾ ਸ਼ਿਕਾਰ ਤੁਸੀਂ ਅਵਸ਼ ਹੋਵੋਗੇ। ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਕਰਤਾਰਪੁਰ ਤੇ ਕੋਈ ਆਫਤ ਆਵੇ, ਇਸ ਲਈ ਤੁਸੀਂ ਕੁਝ ਸਮੇਂ ਲਈ ਕਰਤਾਰਪੁਰ ਤੋਂ ਜਾ ਰਹੇ ਹੋ। ਸਾਡੀ ਹਵੇਲੀ ਤੇ ਬਾਬਾ ਵਡਭਾਗ ਸਿੰਘ ਦਾ ਕਿਲੇ ਵਾਲਾ ਟਿਕਾਣਾ ਵੀ ਸਿੰਘਾਂ ਲਈ ਖੁੱਲੇ ਰਹਿਣਗੇ। ਜਥੇਦਾਰ ਫਤਿਹ ਸਿੰਘ ਜੀ ਨੂੰ ਨਵਾਬ ਕਪੂਰ ਸਿੰਘ ਜੀ ਦਾ ਸੰਦੇਸ਼ ਆਇਆ ਕਿ ਉਹ ਗੋਇੰਦਵਾਲ ਦੇ ਨੇੜਿਓਂ ਦਰਿਆ ਬਿਆਸ ਪਾਰ ਕਰਕੇ ਸੁਲਤਾਨਪੁਰ ਲੋਧੀ ਆ ਰਹੇ ਹਨ।
ਕਿਉਂਕਿ ਉਹਨਾਂ ਦੇ ਨਾਲ ਜ਼ਰੂਰੀ ਵਿਚਾਰਾਂ ਕਰਨੀਆਂ ਹਨ। ਤੁਸੀਂ ਸੁਲਤਾਨਪੁਰ ਆ ਕੇ ਮਿਲੋ ਅਤੇ ਦਰਿਆ ਦੇ ਪੱਤਣ ਤੇ ਵੀ ਨਿਗਰਾਨੀ ਕਰੋ। ਬੁੱਢਾ ਦਲ ਦੀ ਵਹੀਰ ਉਹਨਾਂ ਦੇ ਨਾਲ ਹੋਵੇਗੀ ਤੇ ਤੁਹਾਡੇ ਨਾਲ ਵਿਚਾਰਾਂ ਕਰਕੇ ਅੱਗੇ ਮਾਲਵੇ ਵੱਲ ਨਿਕਲ ਜਾਣ ਦਾ ਵਿਚਾਰ ਹੈ। ਤੁਹਾਡੇ ਨਾਲ ਦੁਆਬੇ ਦੀ ਸਥਿਤੀ ਤੇ ਗੱਲਾਂ ਕਰਨੀਆਂ ਹਨ। ਇਹ ਸੰਦੇਸ਼ਾ ਮਿਲਦੇ ਸਾਰ ਜਥੇਦਾਰ ਫਤਿਹ ਸਿੰਘ ਨੇ ਬਾਬਾ ਵਡਭਾਗ ਸਿੰਘ ਜੀ ਨੂੰ ਬੁਲਾਵਾ ਭੇਜਿਆ ਤੇ ਹੋਰ ਵੀ ਨੇੜੇ ਦੇ ਕੁਝ ਮੁਖੀ ਇਕੱਠੇ ਕਰ ਲਏ। ਬੁੱਢਾ ਦਲ ਲਈ ਲੰਗਰ ਦਾ ਪ੍ਰਬੰਧ ਕਰਨਾ ਜ਼ਰੂਰੀ ਸੀ। ਭਾਵੇਂ ਉਹਨਾਂ ਨੇ ਲੰਗਰ ਦੀ ਮੰਗ ਨਹੀਂ ਕੀਤੀ, ਸਤਲੁਜ ਦੇ ਕੰਢੇ ਸਿੰਘਪੁਰ ਵਾਲਿਆਂ ਨੇ ਪੇਸ਼ਕਸ਼ ਕੀਤੀ ਕਿ ਉਹ ਸਾਡੇ ਪਿੰਡ ਆ ਕੇ ਆਰਾਮ ਕਰਨ ਅਤੇ ਲੰਗਰ ਦੀ ਸੇਵਾ ਵੀ ਅਸੀਂ ਕਰਾਂਗੇ। ਇਸੇ ਤਰ੍ਹਾਂ ਪਲਾਹੀ, ਬਿਲਗ ਅਤੇ ਬੰਗਾ ਦੇ ਸਿੰਘਾਂ ਨੇ ਵੀ ਪੇਸ਼ਕਸ਼ ਕੀਤੀ। ਜਥੇਦਾਰ ਫਤਿਹ ਸਿੰਘ ਨੇ ਸਭ ਨੂੰ ਇਹੀ ਆਖਿਆ ਕਿ ਸਾਨੂੰ ਉਹਨਾਂ ਦੇ ਅਗਲੇ ਪ੍ਰੋਗਰਾਮ ਦਾ ਪਤਾ ਨਹੀਂ। ਉਹ ਮਾਲਵੇ ਵੱਲ ਰਾਹੋਂ ਦੇ ਰਾਹ ਦਰਿਆ ਟੱਪਣ ਪਿੱਛੋਂ ਜਾਂਦੇ ਹਨ ਜਾਂ ਸੁਲਤਾਨਪੁਰ ਤੋਂ ਸਿੱਧਾ ਮਾਲਵੇ ਵੱਲ ਨਿਕਲ ਜਾਂਦੇ ਹਨ। ਸੰਦੇਸ਼ਾ ਸਪਸ਼ਟ ਨਹੀਂ ਹੈ। ਅਜੇ ਸਾਨੂੰ ਇਹ ਵੀ ਨਹੀਂ ਪਤਾ ਕਿ ਉਹ ਬੁੱਢਾ ਦਲ ਸਾਨੂੰ ਵੀ ਨਾਲ ਲਿਜਾਣਾ ਚਾਹੁੰਦਾ ਹੈ ਜਾਂ ਕੇਵਲ ਵਿਚਾਰ ਵਟਾਂਦਰੇ ਪਿੱਛੋਂ ਆਪ ਹੀ ਚਲੇ ਜਾਣਗੇ। ਸਾਨੂੰ ਉਸ ਲਈ ਹਰ ਪੱਖ ਤੋਂ ਤਿਆਰ ਰਹਿਣਾ ਚਾਹੀਦਾ ਹੈ। ਜਥੇਦਾਰ ਫਤਿਹ ਸਿੰਘ ਆਪਣਾ ਜਥਾ ਲੈ ਕੇ ਸੁਲਤਾਨਪੁਰ ਲੋਧੀ ਆਪ ਹੀ ਪਹੁੰਚ ਗਏ। ਪਹਿਲਾਂ ਸਾਰੀ ਸਥਿਤੀ ਦਾ ਜਾਇਜ਼ਾ ਲਿਆ। ਉੱਥੇ ਕੁਝ ਔਰਤਾਂ ਨੇ ਇਕੱਠੇ ਹੋ ਕੇ ਜਥੇਦਾਰ ਫਤਿਹ ਸਿੰਘ ਜੀ ਨੂੰ ਪੁੱਛਿਆ, ਕਦੋਂ ਤੱਕ ਇਉਂ ਹਾਲਾਤ ਬਣਿਆ ਰਹੇਗਾ? ਕੀ ਸਿੰਘਾਂ ਨੂੰ ਹਮੇਸ਼ਾ ਹੀ ਚੱਕਰਵਰਤੀ ਜੀਵਨ ਬਤੀਤ ਕਰਨਾ ਪਵੇਗਾ? ਤੁਸੀਂ ਕਿਉਂ ਨਹੀਂ ਇਹਨਾਂ ਚੌਧਰੀਆਂ ਤੇ ਫੌਜਦਾਰਾਂ ਨੂੰ ਹਰਾ ਕੇ ਆਪਣਾ ਰਾਜ ਕਾਇਮ ਕਰ ਲੈਂਦੇ? ਰਾਜ ਕਰੇਗਾ ਖਾਲਸਾ ਦਾ ਸੁਪਨਾ ਸਾਕਾਰ ਹੋਵੇਗਾ। ਜਥੇਦਾਰ ਫਤਿਹ ਸਿੰਘ ਨੇ ਉਹਨਾਂ ਦੇ ਜਜ਼ਬਾਤ ਤੇ ਖੁੱਲ੍ਹ ਕੇ ਵਿਚਾਰ ਪ੍ਰਗਟ ਕਰਨ ਦੀ ਪ੍ਰਸ਼ੰਸਾ ਕੀਤੀ ਤੇ ਸਮਝਾਇਆ ਕਿ ਛੇਤੀ ਹੀ ਹਾਲਾਤ ਅਜਿਹੀ ਕਰਵਟ ਲੈ ਰਹੇ ਹਨ ਕਿ ਮੁਗਲ ਰਾਜ ਜੜ ਤੋਂ ਉਖੜ ਜਾਵੇਗਾ। ਫਿਰ ਆਪਣੇ ਦੇਸ਼ ਵਿੱਚ ਖਾਲਸੇ ਬਿਨਾਂ ਹੋਰ ਕੌਣ ਰਾਜ ਕਰ ਸਕਦਾ ਹੈ? ਸਾਡੀ ਤਾਕਤ ਤੇ ਸਮਰੱਥਾ ਦਿਨ ਬ ਦਿਨ ਵੱਧ ਰਹੀ ਹੈ। ਜਿਉਂ-ਜਿਉਂ ਮੁਗਲ ਹਕੂਮਤ ਸ਼ਕਤੀ ਵਧਾ ਰਹੀ ਹੈ, ਜ਼ੁਲਮੀ ਚੱਕਰ ਤੇਜ਼ ਹੁੰਦਾ ਜਾ ਰਿਹਾ ਹੈ, ਤਿਉਂ-ਤਿਉਂ ਸ਼ਹੀਦੀਆਂ ਵਿੱਚੋਂ ਕੌਮ ਨੂੰ ਵੀ ਨਵੀਂ ਜ਼ਿੰਦਗੀ ਮਿਲ ਰਹੀ ਹੈ। ਲੋਕ ਸ਼ਕਤੀ ਨੂੰ ਕੁਚਲਣ ਵਾਲੀ ਹਕੂਮਤ ਬਹੁਤੇ ਦਿਨ ਨਹੀਂ ਚੱਲਦੀ। ਜਥੇਦਾਰ ਫਤਿਹ ਸਿੰਘ ਜੀ ਨੂੰ ਅਕਾਲ ਪੁਰਖ ਵੱਲੋਂ ਹੀ ਅਜਿਹੀ ਜ਼ੁਬਾਨ ਤੇ ਸ਼ਬਦਾਵਲੀ ਮਿਲੀ ਹੋਈ ਸੀ ਕਿ ਉਹ ਨਿਰਬਲ ਇਨਸਾਨਾਂ ਨੂੰ ਵੀ ਆਪਣੇ ਵਿਚਾਰ ਪ੍ਰਗਟਾ ਕੇ ਤਰੀਕੇ ਨਾਲ ਹਰ ਤਰ੍ਹਾਂ ਦੀ ਕੁਰਬਾਨੀ ਲਈ ਸਾਵਧਾਨ ਤੇ ਸੁਚੇਤ ਕਰ ਲੈਂਦੇ ਸਨ। ਲੰਗਰ ਤਿਆਰ ਕਰੋ। ਮਾਝੇ ਤੋਂ ਬਹੁਤ ਸਾਰੇ ਸਿੰਘ ਤੇ ਸਾਡੇ ਮੁੱਖ ਜਥੇਦਾਰ ਨਵਾਬ ਕਪੂਰ ਸਿੰਘ ਜੀ ਵੀ ਆ ਰਹੇ ਹਨ। ਉਹ ਵੀ ਤੁਹਾਨੂੰ ਸਾਰੇ ਹਾਲਾਤਾਂ ਬਾਰੇ ਦੱਸਣਗੇ। ਬੁੱਢਾ ਦਲ ਦਾ ਵਹੀਰ ਲੈ ਕੇ ਨਵਾਬ ਕਪੂਰ ਸਿੰਘ ਦਰਿਆ ਬਿਆਸ ਦੇ ਕੰਢੇ ਪਹੁੰਚ ਗਏ। ਨਵਾਬ ਕਪੂਰ ਸਿੰਘ ਜੀ ਨੇ ਇਸ ਮੌਕੇ ਤੇ ਸਾਰੇ ਹਾਲਾਤ ਦੀ ਸੂਚਨਾ ਦਿੱਤੀ ਤੇ ਕਿਹਾ ਕਿ ਅਜੇ ਹਾਲਾਤ ਬਦਲਦਿਆਂ ਕੁਝ ਸਮਾਂ ਲੱਗੇਗਾ। ਸੱਚ ਤਾਂ ਇਹ ਹੈ ਕਿ ਸਾਡੀ ਫੌਜੀ ਤਾਕਤ ਹਕੂਮਤ ਦੇ ਮੁਕਾਬਲੇ ਬਹੁਤ ਘੱਟ ਹੈ। ਇਸ ਲਈ ਸਾਨੂੰ ਗ੍ਰਿਲਾ ਯੁੱਧ ਹੀ ਕਰਨਾ ਪਵੇਗਾ। ਕਦੇ ਸਾਡਾ ਜ਼ੋਰ ਪੈ ਗਿਆ ਤਾਂ ਮੁਗਲ ਰਾਜ ਦੀਆਂ ਜੜ੍ਹਾਂ ਹਿਲਾ ਦੇਵਾਂਗੇ ਤੇ ਕਦੇ ਹਕੂਮਤ ਦਾ ਜ਼ੋਰ ਪਿਆ ਤਾਂ ਸਾਨੂੰ ਪਿੱਛੇ ਹਟਣਾ ਵੀ ਪੈ ਸਕਦਾ ਹੈ। ਹਕੂਮਤ ਦੀ ਸਥਿਤੀ ਤੇ ਕਰੋਪੀ ਦਾ ਸ਼ਿਕਾਰ ਵੀ ਹੋਣਾ ਪੈ ਸਕਦਾ ਹੈ। ਭਾਈ ਮਣੀ ਸਿੰਘ ਜੀ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤੇ ਗਏ ਹਨ, ਪਰ ਸਿੰਘਾਂ ਨੇ ਤੁਰਤ ਅਬਦੁਲ ਰਜ਼ਾਕ ਤੇ ਫਤਵਾ ਦੇਣ ਵਾਲੇ ਮੌਲਵੀ ਨੂੰ ਮਾਰ ਦਿੱਤਾ ਹੈ। ਬਾਬਾ ਵਡਭਾਗ ਸਿੰਘ ਜੀ ਨੇ ਇਸ ਇਕੱਠ ਵਿੱਚ ਹੋਰ ਵੀ ਚੜ੍ਹਦੀ ਕਲਾ ਦੀ ਗੱਲ ਕੀਤੀ। ਉਹਨਾਂ ਨੇ ਦੱਸਿਆ ਕਿ ਬਹੁਤ ਹੀ ਛੇਤੀ ਇਸ ਧਰਤੀ ਦੇ ਉੱਤੇ ਖਾਲਸੇ ਦਾ ਰਾਜ ਆਉਣ ਵਾਲਾ ਹੈ। ਲੋਕ ਹਕੂਮਤ ਤੇ ਅਤਿਆਚਾਰਾਂ ਤੋਂ ਘਬਰਾਏ ਹੋਏ ਇਹ ਪ੍ਰਸ਼ਨ ਪੁੱਛ ਰਹੇ ਸਨ ਕਿ ਇਉਂ ਖਾਲਸੇ ਦੀ ਤਬਾਹੀ ਤੇ ਪਰਿਵਾਰਕ ਜੀਵਨ ਬਰਬਾਦ ਹੋਣ ਪਿੱਛੋਂ ਰਾਜ ਸ਼ਕਤੀ ਕਿਵੇਂ ਆਵੇਗੀ। ਉਹਨਾਂ ਨੂੰ ਦੱਸ ਦਈਏ ਕਿ ਬੰਦਾ ਸਿੰਘ ਬਹਾਦਰ ਤੋਂ ਮਗਰੋਂ 20 ਸਾਲਾਂ ਵਿੱਚ ਅਸੀਂ ਮੁੜ ਕੇ ਇਸ ਕਾਬਿਲ ਹੋ ਗਏ ਹਾਂ ਕਿ ਆਪਣੇ ਰਾਜ ਦੀ ਸਥਾਪਨਾ ਕਰ ਸਕੀਏ।